हाँ जी, सत श्री अकाल दोस्तों, ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਹਰੀਕਾ ਜੌਬ ਅਲਰਟ ਤੇ। ਦੋਸਤੋ, ਜੇਕਰ ਤੁਸੀਂ ਚੈਨਲ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ। ਦੋਸਤੋ, PSSB ਯਾਨੀ ਕਿ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਨਵੀਂ ਅਪਡੇਟ ਨਿਕਲ ਕੇ ਆਈ ਆ, ਵੱਡੀ ਅਪਡੇਟ ਨਿਕਲ ਕੇ ਆਈ ਆ। ਇਸ਼ਤਿਹਾਰ ਨੰਬਰ 5/2023 ਜਾਰੀ ਹੋ ਚੁੱਕਿਆ। ਨਵੀਂ ਭਰਤੀ ਲਈ ਇਸ਼ਤਿਹਾਰ ਜਾਰੀ ਹੋ ਚੁੱਕਿਆ। ਵੱਖ-ਵੱਖ ਅਸਾਮੀਆਂ ਦੀ ਗਿਣਤੀ 157 ਦੋਸਤੋ ਇਸ ਇਸ਼ਤਿਹਾਰ ਦੇ ਵਿੱਚ ਨੋਟੀਫਿਕੇਸ਼ਨ ਦੇ ਵਿੱਚ, ਤੇ ਇਹਦੇ ਵਿੱਚ ਜਿੰਨੀਆਂ ਪੋਸਟਾਂ ਹੋਣਗੀਆਂ ਉਹ ਗਰੁੱਪ ਬੀ ਦੀਆਂ ਪੋਸਟਾਂ ਨੇ। ਇਸ਼ਤਿਹਾਰ ਨੰਬਰ 5/2023 ਦੇ ਵਿੱਚ ਨੋਟ ਕਰ ਲਓ ਦੋਸਤੋ, ਸਾਰੀਆਂ ਪੋਸਟਾਂ ਗਰੁੱਪ ਬੀ ਦੀਆਂ ਨੇ ਤੇ ਸਾਰੀਆਂ ਦਾ ਪੇ ਸਕੇਲ ਜਿਹੜਾ ਇਨੀਸ਼ੀਅਲ ਸੈਲਰੀ ਡਿਊਰਿੰਗ ਪ੍ਰੋਬੇਸ਼ਨ 35,400 ਹੈ। ਠੀਕ ਹੈ ਜੀ, ਤਾਂ ਗਰੁੱਪ ਬੀ 35,400। ਤੇ ਇਹਦੇ ਵਿੱਚ ਦੋਸਤੋ ਇਸੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਨੰਬਰ ਆਫ ਪੋਸਟਾਂ, ਕੁਆਲੀਫਿਕੇਸ਼ਨ, ਸਾਰੀ ਡਿਟੇਲ, ਸਾਰਾ ਤੰਤ ਇਸੇ ਵੀਡੀਓ ਦੇ ਵਿੱਚ ਕੱਢ ਦਾਂਗੇ। ਤੇ ਵੀਡੀਓ ਚੰਗੀ ਲੱਗੀ ਜਾਣ ਤੇ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਦੋਸਤਾਂ ਤੱਕ। ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ, ਕਮੈਂਟ ਸੈਕਸ਼ਨ 'ਚ ਫੀਡਬੈਕ ਜ਼ਰੂਰ ਦਿਆ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ। ਦੋਸਤੋ, ਨੋਟੀਫਿਕੇਸ਼ਨ ਦੇ ਵੱਲ ਚੱਲਦੇ ਆ। ਸਭ ਤੋਂ ਪਹਿਲਾਂ ਸੀਨੀਅਰ ਸਹਾਇਕ ਯਾਨੀ ਕਿ ਸੀਨੀਅਰ ਅਸਿਸਟੈਂਟ, ਸੀਨੀਅਰ ਸਹਾਇਕ ਦੀਆਂ ਜਿਹੜੇ ਸਿੰਪਲ ਸੀਨੀਅਰ ਸਹਾਇਕ ਨੇ ਉਹਦੀਆਂ 12 ਪੋਸਟਾਂ ਟੋਟਲ। ਸੀਨੀਅਰ ਸਹਾਇਕ IT ਦੀਆਂ 2, ਸੀਨੀਅਰ ਸਹਾਇਕ ਲੇਖਾ 2, ਤਕਨੀਕੀ ਸਹਾਇਕ 2, ਖੋਜ ਸਹਾਇਕ 49, ਲਾਅ ਅਫਸਰ 2, ਕੁਆਲਿਟੀ ਮੈਨੇਜਰ 1, ਨਿੱਜੀ ਸਹਾਇਕ 1, ਜੂਨੀਅਰ ਆਡੀਟਰ 60 ਪੋਸਟਾਂ, ਡਰਾਫਟਸਮੈਨ ਦੀ 1, ਇੰਸਟਰਕਟਰ ਦੀਆਂ 25 ਤੇ ਟੋਟਲ 157। ਹੁਣ ਜਲਦੀ ਮੈਂ ਤੁਹਾਨੂੰ ਕਿਹੜੇ ਡਿਪਾਰਟਮੈਂਟ ਦੇ ਵਿੱਚ ਨਿਕਲੀਆਂ ਉਹ ਵੀ ਦੱਸ ਦਿੰਦਾ। ਇੰਪੋਰਟੈਂਟ ਡੇਟਸ ਨੋਟ ਕਰ ਲਓ। ਆਨਲਾਈਨ ਅਪਲਾਈ ਸ਼ੁਰੂ ਹੋਣ ਦੀ ਮਿਤੀ 30/8 ਯਾਨੀ ਕਿ ਅੱਜ ਤੋਂ ਆਨਲਾਈਨ ਅਪਲਾਈ ਸ਼ੁਰੂ ਹੋ ਜਾਣਾ। ਆਨਲਾਈਨ ਸਬਮਿਟ ਕਰਨ ਦੀ ਆਖਰੀ ਮਿਤੀ, ਫਾਰਮ ਭਰਨ ਦੀ ਆਖਰੀ ਮਿਤੀ 27/9/2023। ਫੀਸ ਭਰਨ ਦੀ ਆਖਰੀ ਮਿਤੀ 29/9/2023। ਤੇ ਦੋਸਤੋ, ਇਹਦੇ ਵਿੱਚ ਗਰੁੱਪ ਬੀ ਦੀਆਂ ਪੋਸਟਾਂ ਨੇ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ। ਤਾਂ ਵੱਖਰੇ ਚ ਡਿਪਾਰਟਮੈਂਟਸ ਆ ਉਹ ਵੀ ਤੁਹਾਨੂੰ ਦੱਸ ਦਿੰਦਾ। ਸਭ ਤੋਂ ਪਹਿਲਾਂ ਜੀ ਨੋਟ ਕਰ ਲਓ, ਸੀਨੀਅਰ ਸਹਾਇਕ ਜਿਹੜੇ 12 ਸਿੰਪਲ ਸੀਨੀਅਰ ਅਸਿਸਟੈਂਟ ਰੱਖਣੇ ਆ ਉਹ ਕਿਹੜੇ ਡਿਪਾਰਟਮੈਂਟਸ ਦੇ ਵਿੱਚ ਰੱਖਣੇ ਆ। ਸਭ ਤੋਂ ਪਹਿਲਾਂ ਆ ਜਾਂਦਾ ਜੀ ਡਾਇਰੈਕਟਰ ਸੈਰ ਸਪਾਟਾ ਵਿਭਾਗ ਦੇ ਵਿੱਚ 1 ਪੋਸਟ, ਜਨਰਲ ਕੈਟਾਗਰੀ ਦੀ ਕੈਟਾਗਰੀ ਤੁਸੀਂ ਦੇਖ ਲੈਣੀ ਨਾਲ। ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਭਲਾਈ ਸੈੱਲ ਨੌਨ ਪਲਾਨ ਨਾਲ ਸੰਬੰਧਿਤ 1 ਪੋਸਟ ਹੈ ਜਨਰਲ। ਡਾਇਰੈਕਟੋਰੇਟ ਸੱਭਿਆਚਾਰਕ ਮਾਮਲੇ ਵਿਭਾਗ ਜਨਰਲ 1 SCMB 1, ਡਾਇਰੈਕਟੋਰੇਟ ਸ਼ਹਿਰੀ ਹਵਾਬਾਜ਼ੀ ਵਿਭਾਗ ਜਨਰਲ 1, ਡਾਇਰੈਕਟਰ ਪੁਰਾਲੇਖ ਵਿਭਾਗ ਜਨਰਲ 1, ਡਾਇਰੈਕਟਰ ਖਜ਼ਾਨਾ ਤੇ ਲੇਖਾ ਸ਼ਾਖਾ ਵਿੱਤ ਵਿਭਾਗ ਜਨਰਲ 3 SC 1 SCMB ਹੈ। ਉਸ ਤੋਂ ਬਾਅਦ ਡਾਇਰੈਕਟੋਰੇਟ ਪੰਜਾਬ ਰਾਜ ਲਾਟਰੀਜ਼ ਪ੍ਰਬੰਧਕੀ ਸ਼ਾਖਾ ਜਨਰਲ 1 ਤੇ SCMB 1। ਤਾਂ ਟੋਟਲ 12 ਪੋਸਟਾਂ ਬਣਦੀਆਂ। ਤਾਂ 12 ਦੇ ਵਿੱਚੋਂ ਜਨਰਲ ਦੀਆਂ ਜਿਹੜੀਆਂ ਪੋਸਟਾਂ ਬਣਦੀਆਂ ਦੋਸਤੋ 9 ਪੋਸਟਾਂ ਬਣਦੀਆਂ ਜਨਰਲ ਕੈਟਾਗਰੀ ਦੀਆਂ। ਇਹ ਨਾਰਮਲ ਸੀਨੀਅਰ ਅਸਿਸਟੈਂਟ ਹੈ। ਸੈਕੰਡ ਆ ਜਾਂਦੇ ਜੀ IT ਸੀਨੀਅਰ ਅਸਿਸਟੈਂਟ IT, ਡਾਇਰੈਕਟੋਰੇਟ ਸੈਰ ਸਪਾਟਾ ਵਿਭਾਗ ਦੇ ਵਿੱਚ ਰੱਖਣੇ ਆ। 1 ਪੋਸਟ ਜਨਰਲ ਦੀ ਹੈ ਤਾਂ ਉਹ ਵੂਮਨ ਲਈ ਰਿਜ਼ਰਵ ਹੈ। 1 ਪੋਸਟ SCMB ਦੀ ਹੈ, ਉਹ ਵੀ ਵੂਮਨ ਲਈ ਰਿਜ਼ਰਵ ਹੈ। ਉਸ ਤੋਂ ਬਾਅਦ ਜੀ ਸੀਨੀਅਰ ਸਹਾਇਕ ਲੇਖਾ ਅਕਾਊਂਟਸ, ਡਾਇਰੈਕਟੋਰੇਟ ਪੰਜਾਬ ਰਾਜ ਲਾਟਰੀਜ਼ ਪ੍ਰਬੰਧਕੀ ਸ਼ਾਖਾ ਦੇ ਵਿੱਚ ਰੱਖਣੇ ਆ। 1 ਪੋਸਟ ਜਨਰਲ, 1 SCMB, 2 ਪੋਸਟ ਹੈ। ਦੈਨ ਤਕਨੀਕੀ ਸਹਾਇਕ ਦੀਆਂ 2 ਪੋਸਟਾਂ ਆ ਜਾਂਦੀਆਂ ਜੀ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਦੇ ਵਿੱਚ ਜਨਰਲ 1 ਤੇ SCRO 1। ਜਿਹੜੇ SCRO ਦੀ ਪੋਸਟ ਉਹ ਵੂਮਨ ਲਈ ਰਿਜ਼ਰਵ ਹੈ। ਦੈਨ ਖੋਜ ਸਹਾਇਕ ਦੀਆਂ 49 ਪੋਸਟਾਂ ਆ ਜਾਂਦੀਆਂ ਜੀ, ਜਿਹਦੇ ਵਿੱਚ ਜਲ ਸਰੋਤ ਵਿਭਾਗ ਦੇ ਵਿੱਚ 7 ਪੋਸਟਾਂ ਟੋਟਲ ਹੈ। 4 ਜਨਰਲ, 1 SCMB, 1 SCRO, 1 ਐਕਸ ਸਰਵਿਸਮੈਨ ਜਨਰਲ। ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦੇ ਵਿੱਚ 42 ਪੋਸਟਾਂ ਖੋਜ ਸਹਾਇਕ ਦੀਆਂ ਯਾਨੀ ਕਿ ਰਿਸਰਚ ਅਸਿਸਟੈਂਟ ਇਹਨੂੰ ਕਿਹਾ ਜਾਂਦਾ, ਜਿਸ 'ਚ 18 ਜਨਰਲ ਹੈ, 4 SCMB, 4 SCRO, BC 4, ਐਕਸ ਸਰਵਿਸਮੈਨ ਜਨਰਲ 3, ਐਕਸ ਸਰਵਿਸਮੈਨ SCMB 1, ਐਕਸ ਸਰਵਿਸਮੈਨ SCRO 1, ਸਪੋਰਟਸ ਜਨਰਲ 2, ਫਿਜ਼ੀਕਲੀ ਹੈਂਡੀਕੈਪਡ ਔਰਥੋ 1, EWS 4। ਉਸ ਤੋਂ ਬਾਅਦ ਜੀ ਨੈਕਸਟ ਆ ਜਾਂਦੇ ਆ ਲਾਅ ਅਫਸਰ ਦੀਆਂ 2 ਪੋਸਟਾਂ ਜਲ ਸਰੋਤ ਵਿਭਾਗ ਪੰਜਾਬ ਦੇ ਵਿੱਚ। 1 ਪੋਸਟ ਜਨਰਲ ਵੂਮਨ ਲਈ ਰਿਜ਼ਰਵ ਹੈ। SCMB ਦੀ 1 ਪੋਸਟ ਉਹ ਵੀ ਵੂਮਨ ਲਈ ਰਿਜ਼ਰਵ ਹੈ। ਦੈਨ ਨਿੱਜੀ ਸਹਾਇਕ ਦੀ 1 ਪੋਸਟ ਹੈ। ਡਾਇਰੈਕਟੋਰੇਟ ਸੱਭਿਆਚਾਰਕ ਮਾਮਲੇ ਵਿਭਾਗ ਦੇ ਵਿੱਚ ਰੱਖਿਆ ਜਾਣਾ ਜਨਰਲ ਦੀ 1 ਪੋਸਟ ਹੈ। ਕੁਆਲਿਟੀ ਮੈਨੇਜਰ ਦੀ 1 ਪੋਸਟ ਹੈ। ਡਾਇਰੈਕਟੋਰੇਟ ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਵਿੱਚ 1 ਪੋਸਟ ਹੈ ਜੀ ਜਨਰਲ ਕੈਟਾਗਰੀ ਦੀ। ਦੈਨ ਜੂਨੀਅਰ ਆਡੀਟਰ ਦੀਆਂ ਜਿਹੜੀਆਂ 60 ਪੋਸਟਾਂ ਹੈ ਵਿੱਤ ਵਿਭਾਗ ਦੇ ਵਿੱਚ ਫਾਈਨਾਂਸ ਡਿਪਾਰਟਮੈਂਟ ਦੇ ਵਿੱਚ ਰੱਖੇ ਜਾਣੇ ਸਥਾਨਕ ਫੰਡ ਲੇਖਾ ਦੇ ਵਿੱਚ। ਇਹਦੇ 'ਚ ਟੋਟਲ ਪੋਸਟਾਂ 60 ਹੈ ਜੀ, ਜਿਹਦੇ 'ਚ 25 ਜਨਰਲ, 7 SCMB, 5 SCRO, 5 BC, 4 ESM ਜਨਰਲ, 2 ESM SCMB, 1 ESM SCRO, 1 ESM BC, 2 ਸਪੋਰਟਸ ਜਨਰਲ, 2 ਫਿਜ਼ੀਕਲੀ ਹੈਂਡੀਕੈਪਡ ਹੀਅਰਿੰਗ ਇੰਪੇਅਰਡ ਤੇ 6 EWS ਦੀਆਂ। ਤੇ ਇਸ ਤੋਂ ਇਲਾਵਾ ਜਿਹੜੀਆਂ ਇੱਧਰ ਸਾਈਡ ਤੇ ਪੋਸਟਾਂ ਦਿੱਤੀਆਂ ਗਈਆਂ ਇਹਦੇ ਵਿੱਚੋਂ ਹੀ ਹੋਣੀਆਂ, ਜਿਵੇਂ 25 ਦੇ ਵਿੱਚੋਂ 7 ਪੋਸਟਾਂ ਵੂਮਨ ਲਈ ਆ, ਇੱਦਾਂ ਇਹਨੂੰ ਪੜ੍ਹਨਾ। ਉਸ ਤੋਂ ਬਾਅਦ ਜੀ
ਡਰਾਫਟਸਮੈਨ ਦੀ ਜਿਹੜੀ ਇੱਕ ਪੋਸਟ ਹੈ ਡਾਇਰੈਕਟਰ ਸੱਭਿਆਚਾਰਕ ਮਾਮਲੇ ਪੁਰਾਤੱਤਵ ਅਤੇ ਅਜਾਇਬ ਘਰ ਵਿਭਾਗ ਦੇ ਵਿੱਚ SCMB ਦੀ ਇੱਕ ਪੋਸਟ ਹੈ ਇਹ। ਦੈਨ ਲਾਸਟ ਤੇ ਇੰਸਟਰਕਟਰ ਦੀਆਂ 25 ਪੋਸਟਾਂ ਜਿਹੜੀਆਂ ਇਹ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦੇ ਵਿੱਚ ਜਿਹੜੇ ਰੱਖੇ ਜਾਣੇ ਆ 10 ਜਨਰਲ 3 SCMB 2 SCRO 2 BC 21 SM ਜਨਰਲ 21 SM SCMB 21 SM BC ਇੱਕ ਸਪੋਰਟਸ ਜਨਰਲ ਇੱਕ ਫਿਜ਼ੀਕਲੀ ਹੈਂਡੀਕੈਪਡ ਔਰਥੋ ਤੇ 3 EWS। ਦੈਨ ਦੋਸਤੋ ਇਹ ਸੀ ਕਿਹੜੇ ਵਿਭਾਗ ਦੇ ਵਿੱਚ ਕਿੰਨੀਆਂ ਪੋਸਟਾਂ। ਉਸ ਤੋਂ ਬਾਅਦ ਫਰਦਰ ਇਹਦਾ ਦੇਖ ਲੈਂਦੇ ਦੋਸਤੋ। ਫਰਦਰ ਜੇ ਗੱਲ ਕਰੀਏ ਪੇ ਸਕੇਲ ਦੀ ਤਾਂ ਸਾਰਿਆਂ ਦੇ ਲਈ 35-400 ਦਾ ਸਕੇਲ ਹੈ, ਠੀਕ ਹੈ, ਜੇ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਤਨਖਾਹ ਸਕੇਲ ਅਤੇ ਭੱਤੇ। ਦੈਨ ਦੋਸਤੋ ਵਿਦਿਅਕ ਯੋਗਤਾ ਨੋਟ ਕਰ ਲਓ ਜਿਹੜੀ ਇੰਪੋਰਟੈਂਟ, ਜਿਹਦੇ ਵਿੱਚ ਨਾਰਮਲ ਜਿਹੜੇ ਸੀਨੀਅਰ ਅਸਿਸਟੈਂਟ 12 ਪੋਸਟਾਂ ਸੀਗੀਆਂ। ਇਹਦੇ ਲਈ ਬੈਚਲਰ ਡਿਗਰੀ ਤੁਸੀਂ ਕੋਈ ਵੀ ਬੈਚਲਰ ਡਿਗਰੀ ਕੀਤੀ ਹੋਵੇ ਤੇ ਉਹਦੇ ਨਾਲ, ਠੀਕ ਹੈ, ਐਂਡ ਪਾਇਆ ਇੱਥੇ, ਭਾਵ ਕਿ ਪੁਆਇੰਟ 1 ਵੀ ਚੱਲੇਗਾ ਤੇ ਪੁਆਇੰਟ 2 ਦੇ ਵਿੱਚ ਇਹਨਾਂ ਨੇ ਕਿਹਾ ਕਿ ਕੰਪੀਟੀਟਿਵ ਟੈਸਟ ਜਿਹੜਾ ਐਗਜ਼ਾਮ ਹੋਣਾ ਤੁਹਾਡਾ ਉਹ ਲਿਆ ਜਾਣਾ, ਠੀਕ ਹੈ, ਉਹ ਕਲੀਅਰ ਕਰਨਾ ਜ਼ਰੂਰੀ ਆ। ਤੇ ਪੁਆਇੰਟ 3 ਦੇ ਵਿੱਚ ਇਹਨਾਂ ਨੇ ਕਿਹਾ ਕਿ 120 ਘੰਟੇ ਦਾ ਤੁਹਾਡੇ ਕੋਲ ਕੰਪਿਊਟਰ ਕੋਰਸ ਹੋਣਾ ਚਾਹੀਦਾ, ISO ਹੋਵੇ ਜਾਂ O ਲੈਵਲ ਦਾ ਹੋਵੇ, ਦੋਨਾਂ ਚੋਂ ਕੋਈ ਵੀ ਇੱਕ ਹੋਵੇ, ਜਾਂ ਤਾਂ 120 ਘੰਟੇ ਦਾ ISO ਹੋਵੇ ਜਾਂ ਨਾਈਲੈਟ ਵਾਲਾ O ਲੈਵਲ ਹੋਵੇ, ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਟਾਈਪਿੰਗ ਟੈਸਟ ਕਲੀਅਰ ਕਰਨਾ ਬਿਫੋਰ ਅਪੁਆਇੰਟਮੈਂਟ, ਠੀਕ ਹੈ, ਅਪੁਆਇੰਟਮੈਂਟ ਤੋਂ ਪਹਿਲਾਂ ਤੁਸੀਂ ਟਾਈਪਿੰਗ ਟੈਸਟ ਕਲੀਅਰ ਕਰਨਾ ਅੰਗਰੇਜ਼ੀ ਤੇ ਪੰਜਾਬੀ ਦਾ ਤੇ 30 ਵਰਡਸ ਪਰ ਮਿੰਟ ਦੀ ਸਪੀਡ ਦੇ ਨਾਲ। ਉਸ ਤੋਂ ਬਾਅਦ ਜੀ ਸੀਨੀਅਰ ਸਹਾਇਕ IT ਦੀਆਂ ਜਿਹੜੀਆਂ ਪੋਸਟਾਂ ਇਹਦੇ ਲਈ ਤੁਸੀਂ BTech ਕੀਤੀ ਹੋਵੇ ਜਾਂ ਫਿਰ BTech ਕੀਤੀ ਹੋਵੇ, ਤੁਸੀਂ BE ਕੀਤੀ ਹੋਵੇ ਜਾਂ BTech ਕੀਤੀ ਹੋਵੇ, ਇਨਫੋਰਮੇਸ਼ਨ ਟੈਕਨੋਲੋਜੀ ਜਾਂ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਜਾਂ ਕੰਪਿਊਟਰ ਸਾਇੰਸ ਦੇ ਵਿੱਚ ਫਰੋਮ ਏ ਰੈਕਗਨਾਈਜ਼ਡ ਯੂਨੀਵਰਸਿਟੀ ਔਰ ਇੰਸਟੀਟਿਊਸ਼ਨ ਵਿਦ ਮਿਨੀਮਮ 50% ਮਾਰਕਸ ਤੁਹਾਡੇ ਹੋਣੇ ਚਾਹੀਦੇ ਆ BE ਔਰ BTech 'ਚ 50%। ਉਸ ਤੋਂ ਬਾਅਦ ਜੀ ਜੇਕਰ ਤੁਸੀਂ MCA ਕੀਤੀ ਹੋਈ ਆ ਮਾਸਟਰ ਡਿਗਰੀ ਇਨ ਕੰਪਿਊਟਰ ਐਪਲੀਕੇਸ਼ਨ ਤਾਂ ਵੀ ਤੁਹਾਡੇ 50% ਨੰਬਰ ਹੋਣੇ ਚਾਹੀਦੇ ਆ MCA ਦੇ ਵਿੱਚ, ਠੀਕ ਹੈ ਜੀ, ਜਾਂ BTech ਕੀਤੀ ਹੋਵੇ ਇਹਨਾਂ ਸਟਰੀਮਸ ਦੇ ਵਿੱਚ ਜਾਂ MCA ਕੀਤੀ ਹੋਵੇ, ਦੋਨਾਂ ਦੇ ਵਿੱਚੋਂ ਕੋਈ ਇੱਕ ਚੀਜ਼ ਹੋਵੇ। ਐਂਡ ਸ਼ੁੱਡ ਹੈਵ ਐਨ ਐਕਸਪੀਰੀਅੰਸ ਆਫ 2 years 2 ਸਾਲ ਦਾ ਤਜਰਬਾ ਤੁਹਾਡੇ ਕੋਲ ਹੋਣਾ ਚਾਹੀਦਾ ਇਨ ਦਾ ਫੀਲਡ ਆਫ IT ਇਨਫੋਰਮੇਸ਼ਨ ਟੈਕਨੋਲੋਜੀ, ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਦੇ ਵਿੱਚ, ICT ਦੇ ਵਿੱਚ। ਉਸ ਤੋਂ ਬਾਅਦ ਜੀ ਸੀਨੀਅਰ ਸਹਾਇਕ ਲੇਖਾ, ਤਾਂ ਇੱਥੇ IT ਲਈ ਮੈਂ ਕਲੀਅਰ ਕਰਦਾ ਵੀ ਜਿਹਦਾ ਕੋਈ O ਲੈਵਲ ਦਾ ਕੀਤਾ ਜਾਂ ਕੋਈ ਕੋਰਸ ਕੀਤਾ ਉਹ ਨਹੀਂ ਚੱਲੇਗਾ, ਇੱਥੇ BE BTech ਪਿਓਰਲੀ ਡਿਗਰੀ ਕੀਤੀ ਹੋਵੇ ਜਾਂ ਫਿਰ MCA ਹੋਵੇ, ਦੋਨਾਂ ਦੇ ਵਿੱਚੋਂ ਕੋਈ ਇੱਕ ਚੀਜ਼ ਹੋਵੇ ਤੇ ਨਾਲ ਐਕਸਪੀਰੀਅੰਸ ਤਾਂ ਜ਼ਰੂਰੀ ਹੈ, ਮੈਂਡੇਟਰੀ ਹੈ। ਦੈਨ ਸੀਨੀਅਰ ਸਹਾਇਕ ਲੇਖਾ ਇਹਦੇ ਲਈ ਤੁਸੀਂ BCom ਕੀਤੀ ਹੋਵੇ 2nd ਕਲਾਸ ਯਾਨੀ 2nd ਡਿਵੀਜ਼ਨ ਫਰੋਮ ਏ ਰੈਕਗਨਾਈਜ਼ਡ ਯੂਨੀਵਰਸਿਟੀ ਐਂਡ ਐਕਸਪੀਰੀਅੰਸ ਆਫ ਅਕਾਊਂਟਸ ਫॉर ਏ ਪੀਰੀਅਡ ਆਫ 3 years 3 ਸਾਲ ਦਾ ਅਕਾਊਂਟਸ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਇਨ ਏ ਕਮਰਸ਼ੀਅਲ ਆਰਗੇਨਾਈਜੇਸ਼ਨ, ਠੀਕ ਹੈ, ਕਮਰਸ਼ੀਅਲ ਆਰਗੇਨਾਈਜੇਸ਼ਨ ਦੇ ਵਿੱਚ ਐਕਸਪੀਰੀਅੰਸ ਤੁਹਾਡਾ ਹੋਵੇ ਤੇ ਟੈਸਟ ਕਲੀਅਰ ਕਰਨਾ ਹੋਏਗਾ ਤੁਸੀਂ। ਕੰਪੀਟੀਟਿਵ ਜਿਹੜਾ ਐਗਜ਼ਾਮ ਹੋਏਗਾ 120 ਘੰਟੇ ਦਾ ਕੰਪਿਊਟਰ ਕੋਰਸ ISO ਜਾਂ O ਲੈਵਲ ਸਰਟੀਫਿਕੇਟ ਹੋਵੇ ਤੇ ਟਾਈਪਿੰਗ ਟੈਸਟ ਕਲੀਅਰ ਕਰਨਾ ਜ਼ਰੂਰੀ ਹੈ ਅੰਗਰੇਜ਼ੀ ਤੇ ਪੰਜਾਬੀ ਦਾ, ਠੀਕ ਹੈ ਜੀ, ਤੇ 30 ਸ਼ਬਦ ਪ੍ਰਤੀ ਮਿੰਟ ਦੀ ਇਹਦੀ ਸਪੀਡ ਹੋਏਗੀ। ਉਸ ਤੋਂ ਬਾਅਦ ਜੀ ਇੱਥੇ ਕੁਝ ਹੋਰ ਵੀ ਲਿਖਿਆ ਗਿਆ ਕਿ ਜਿਹੜੇ ਮੇਰਾ ਖਿਆਲ ਹੈ ਗਰੁੱਪ B, ਇਹ ਕਹਿੰਦੇ ਵੀ ਜੇਕਰ ਕੋਈ ਵਾਰ ਹੀਰੋ ਅਪਲਾਈ ਕਰੇਗਾ ਤਾਂ ਉਹਦੇ ਲਈ ਗ੍ਰੈਜੂਏਟ ਹੋਣਾ ਚਾਹੀਦਾ ਤੇ ਉਹਨੂੰ ਟਾਈਪ ਟੈਸਟ ਕਲੀਅਰ ਕਰਨਾ ਉਹਦੇ ਲਈ ਮੈਂਡੇਟਰੀ ਨਹੀਂ ਹੈ, ਠੀਕ ਹੈ ਜੀ। ਇਹ ਵਾਰ ਹੀਰੋਜ਼ ਵਾਲਿਆਂ ਲਈ ਸਪੈਸ਼ਲ ਜਿਹੜਾ ਕਲੌਜ਼ ਪਾਇਆ ਇਹਨਾਂ ਨੇ। ਉਸ ਤੋਂ ਬਾਅਦ ਜੀ ਤਕਨੀਕੀ ਸਹਾਇਕ ਟੈਕਨੀਕਲ ਅਸਿਸਟੈਂਟ ਦੀ ਜਿਹੜੀ ਪੋਸਟ ਹੈ ਇਹਦੇ ਲਈ ਤੁਸੀਂ ਮਾਸਟਰ ਡਿਗਰੀ ਕੀਤੀ ਹੋਵੇ ਵਿਦ ਐਟਲੀਸਟ 50% ਤੁਹਾਡੇ ਮਾਰਕਸ ਹੋਣ ਮਾਸਟਰ ਡਿਗਰੀ 'ਚ, ਤੇ ਜਿਹੜੀ ਤੁਹਾਡੀ ਮਾਸਟਰ ਡਿਗਰੀ ਹੈ ਉਹ ਤੁਸੀਂ ਇਕਨੋਮਿਕਸ ਜਾਂ ਮੈਥਮੈਟਿਕਸ ਜਾਂ ਐਗਰੀਕਲਚਰ ਇਕਨੋਮਿਕਸ ਜਾਂ ਕਾਮਰਸ ਵਿਦ ਸਟੈਟਿਸਟਿਕਸ ਐਜ਼ ਵਨ ਆਫ ਦਾ ਪੇਪਰਸ ਜਾਂ ਫਿਰ ਮਾਸਟਰ ਡਿਗਰੀ ਕੀਤੀ ਹੋਵੇ ਵਿਦ ਐਟਲੀਸਟ 50% ਮਾਰਕਸ ਫਰੋਮ ਏ ਰੈਕਗਨਾਈਜ਼ਡ ਯੂਨੀਵਰਸਿਟੀ ਇਨ ਸਟੈਟਿਸਟਿਕਸ, ਠੀਕ ਹੈ ਜੀ। ਤਾਂ ਇਹਨਾਂ ਜਿਹੜੇ ਵੀ ਸਬਜੈਕਟਸ ਦਿੱਤੇ ਗਏ ਇਹਨਾਂ ਦੇ ਵਿੱਚੋਂ ਕਿਸੇ ਵੀ ਇੱਕ 'ਚ ਤੁਸੀਂ ਮਾਸਟਰ ਡਿਗਰੀ ਕੀਤੀ ਹੋਵੇ, ਠੀਕ ਹੈ ਜੀ। ਦੈਨ 100 ਜਿਹੜਾ ਅੱਗੇ ਮੰਗਿਆ ਗਿਆ ਇਹਨਾਂ ਵੱਲੋਂ, ਇਹ ਕਹਿੰਦੇ ਜੀ ਪ੍ਰੈਫਰੈਂਸ ਦਿੱਤੀ ਜਾਏਗੀ ਉਸ ਪਰਸਨ ਨੂੰ ਜਿਹਦੇ ਕੋਲ ਐਕਸਪੀਰੀਅੰਸ ਹੋਏਗਾ ਇਨ ਕਲੈਕਸ਼ਨ ਕੰਪਾਈਲੇਸ਼ਨ ਐਂਡ ਐਨਾਲਿਸਿਸ ਆਫ statistical data in a government office or recognized institution on a post identical or similar to statistical assistant in the economic and statistical organization Punjab for a minimum period of 1 year। ਤਾਂ ਜਿਹਦੇ ਕੋਲ 1 year ਦਾ ਐਕਸਪੀਰੀਅੰਸ ਹੋਏਗਾ ਇਸ ਫੀਲਡ ਦੇ ਵਿੱਚ ਉਹਨੂੰ ਪ੍ਰੈਫਰ ਕੀਤਾ ਜਾਏਗਾ ਜੀ। ਜਾਂ ਫਿਰ ਇੱਥੇ ਹੋਰ ਵੀ ਕੁਆਲੀਫਿਕੇਸ਼ਨ ਲਿਖੀ ਹੈ ਮਾਸਟਰ ਡਿਗਰੀ 50% ਮਾਰਕਸ ਹੋਣ ਤੇ ਇਸ ਤਮਾਮ ਜਿਹੜੇ ਸਬਜੈਕਟਸ ਦਿੱਤੇ ਗਏ ਇਹਨਾਂ ਦੇ ਵਿੱਚੋਂ ਕਿਸੇ ਇੱਕ ਤੁਸੀਂ ਮਾਸਟਰ ਡਿਗਰੀ ਕੀਤੀ ਹੋਵੇ, ਠੀਕ ਹੈ, ਤੇ ਐਕਸਪੀਰੀਅੰਸ ਹੋਵੇ ਨਾਲ ਤੁਹਾਡੇ ਕੋਲ ਮਿਨੀਮਮ ਪੀਰੀਅਡ ਆਫ 3 years। ਤਾਂ ਇੱਥੇ ਕੁਆਲੀਫਿਕੇਸ਼ਨ ਥੋੜੀ ਬਹੁਤ ਚੇਂਜਸ ਕੀਤੀ ਗਈ, ਤੁਸੀਂ ਚੈੱਕ ਕਰ ਲੈਣਾ। ਉਸ ਤੋਂ ਬਾਅਦ ਜੀ ਖੋਜ ਸਹਾਇਕ ਜਿਹੜੀ ਰਿਸਰਚ ਅਸਿਸਟੈਂਟ ਦੀ ਪੋਸਟ ਜਲ ਸਰੋਤ ਵਿਭਾਗ ਦੀ ਆ,
ਇਹਦੇ ਲਈ ਤੁਸੀਂ ਬੈਚਲਰ ਡਿਗਰੀ ਕੀਤੀ ਹੋਵੇ ਸਾਇੰਸ ਦੀ, ਸਾਇੰਸ ਯਾਨੀ ਕਿ ਨॉन ਮੈਡੀਕਲ, ਜਾਂ ਫਿਰ ਬੈਚਲਰ ਡਿਗਰੀ ਸਾਇੰਸ ਆਨਰਸ ਦੇ ਵਿੱਚ ਕੀਤੀ ਹੋਵੇ, ਜਾਂ ਫਿਰ ਬੀਟੈਕ ਸਿਵਲ ਕੀਤੀ ਹੋਵੇ ਵਿਦ ਮਿਨੀਮਮ 60% ਮਾਰਕਸ ਤੁਹਾਡੇ ਹੋਣੇ ਚਾਹੀਦੇ ਆ ਫਰੋਮ ਏ ਰੈਕਗਨਾਈਜ਼ਡ ਯੂਨੀਵਰਸਿਟੀ ਇਨ ਐਨੀ ਆਫ ਦਾ ਸਬਜੈਕਟ ਸੱਚ ਐਜ਼ ਫਿਜ਼ਿਕਸ, ਕੈਮਿਸਟਰੀ ਐਂਡ ਮੈਥਮੈਟਿਕਸ। ਠੀਕ ਹੈ ਜੀ, ਇਹਨਾਂ ਦੇ ਵਿੱਚੋਂ ਇਹਨਾਂ ਸਬਜੈਕਟਸ ਦੇ ਵਿੱਚ ਜਿਹੜੀ ਇਹਨਾਂ ਦੇ ਵਿੱਚੋਂ ਕਿਸੇ ਇੱਕ ਸਬਜੈਕਟ ਦੇ ਵਿੱਚ ਤੁਸੀਂ ਇਹ ਜਿਹੜੀ ਬੈਚਲਰ ਡਿਗਰੀ ਕੀਤੀ ਹੋਵੇ। ਉਸ ਤੋਂ ਬਾਅਦ ਜੀ ਖੋਜ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦੇ ਵਿੱਚ ਜਿਹੜੇ ਰੱਖੇ ਜਾਣੇ ਆ, ਇਹਦੇ ਲਈ ਤੁਸੀਂ ਪੋਸਟ ਗ੍ਰੈਜੂਏਸ਼ਨ ਕੀਤੀ ਹੋਵੇ। ਪ੍ਰੈਫਰੇਬਲੀ ਹੈ ਕਿ ਜੇਕਰ ਤੁਸੀਂ ਪੰਜਾਬੀ, ਹਿੰਦੀ ਜਾਂ ਅੰਗਰੇਜ਼ੀ ਦੇ ਵਿੱਚ ਕੀਤੀ ਹੈ ਤਾਂ ਤੁਹਾਨੂੰ ਪ੍ਰੈਫਰ ਕੀਤਾ ਜਾਏਗਾ, ਤੇ ਐਟਲੀਸਟ 55% ਤੁਹਾਡੇ ਮਾਰਕਸ ਹੋਣੇ ਚਾਹੀਦੇ ਆ ਜੀ ਪੋਸਟ ਗ੍ਰੈਜੂਏਸ਼ਨ ਦੇ ਵਿੱਚ। ਤੇ ਸ਼ੁੱਡ ਹੈਵ ਪੋਜੈਸਡ ਕ੍ਰੀਏਟਿਵ ਰਾਈਟਿੰਗ ਸਕਿੱਲਸ ਤੁਹਾਡੇ ਕੋਲ ਹੋਣੇ ਚਾਹੀਦੇ ਹਨ ਦਾ field of writing of articles, research papers, journals of high repute or books। ਠੀਕ ਹੈ ਜੀ, ਤਾਂ ਤੁਹਾਡੇ ਕੋਲ ਇਹ ਜਿਹੜੇ ਵੀ ਸਕਿੱਲਸ ਮੰਗੇ ਆ ਹੋਣੇ ਚਾਹੀਦੇ ਆ, ਜਾਂ ਫਿਰ ਤੁਹਾਡੇ ਕੋਲ 2 ਸਾਲ ਦਾ ਟੀਚਿੰਗ ਐਕਸਪੀਰੀਅੰਸ ਹੋਣਾ ਚਾਹੀਦਾ ਇਨ ਐਨੀ ਗਵਰਨਮੈਂਟ ਰਨ ਸਕੂਲ, ਐਫੀਲੀਏਟਡ ਔਰ ਰਿਕਗਨਾਈਜ਼ਡ ਕਾਲਜ ਔਰ ਯੂਨੀਵਰਸਿਟੀ। ਠੀਕ ਹੈ ਜੀ। ਦੈਨ ਲਾਅ ਅਫਸਰ ਦੇ ਲਈ ਤੁਸੀਂ ਪ੍ਰੋਫੈਸ਼ਨਲ ਡਿਗਰੀ ਲਾਅ ਦੀ ਕੀਤੀ ਹੋਵੇ ਤੇ ਫਰੋਮ ਏ ਰੈਕਗਨਾਈਜ਼ਡ ਯੂਨੀਵਰਸਿਟੀ who have at least 3 years experience as an advocate at bar or have an experience of post involving legal work। ਤਾਂ ਤੁਹਾਡੇ ਕੋਲ 3 ਸਾਲ ਦਾ ਤਜਰਬਾ ਹੋਣਾ ਚਾਹੀਦਾ ਲਾਅ ਦੀ ਪ੍ਰੋਫੈਸ਼ਨਲ ਡਿਗਰੀ ਦੇ ਨਾਲ। ਦੈਨ ਕੁਆਲਿਟੀ ਮੈਨੇਜਰ ਦੇ ਲਈ ਤੁਸੀਂ +2 ਕੀਤੀ ਹੋਵੇ ਜੀ, should have passed +2 examination and should possess 3 years course in aircraft maintenance engineering ਦੇ ਵਿੱਚ ਤੁਸੀਂ ਕੀਤਾ ਹੋਵੇ 3 ਸਾਲ ਦਾ ਕੋਰਸ +2 ਦੇ ਨਾਲ, ਅਪਰੂਵਡ ਬਾਈ ਡਾਇਰੈਕਟਰ ਜਨਰਲ ਸਿਵਲ ਐਵੀਏਸ਼ਨ ਗਵਰਨਮੈਂਟ ਆਫ ਇੰਡੀਆ। ਇਹ ਕੋਰਸ ਹੈ ਜਿਹੜਾ ਅਪਰੂਵ ਕੀਤਾ ਹੋਵੇ ਡਾਇਰੈਕਟਰ ਜਨਰਲ ਸਿਵਲ ਐਵੀਏਸ਼ਨ ਗਵਰਨਮੈਂਟ ਆਫ ਇੰਡੀਆ ਵੱਲੋਂ। ਤੇ ਸ਼ੁੱਡ ਹੈਵ 5 year ਐਕਸਪੀਰੀਅੰਸ ਹੋਣਾ ਚਾਹੀਦਾ ਤੁਹਾਡਾ ਰਿਪਿਊਟਡ ਐਵੀਏਸ਼ਨ ਆਰਗੇਨਾਈਜੇਸ਼ਨ ਦੇ ਵਿੱਚ ਇਨ ਕੁਆਲਿਟੀ ਕੰਟਰੋਲ ਸੈੱਲ ਐਂਡ ਹੈਵਿੰਗ ਨੌਲੇਜ ਆਫ ਕੁਆਲਿਟੀ ਸਿਸਟਮ ਐਂਡ ਹਿਊਮਨ ਫੈਕਟਰ ਐਵੀਏਸ਼ਨ। ਤੇ ਤੁਹਾਡੇ ਕੋਲ O ਲੈਵਲ ਦਾ ਕੰਪਿਊਟਰ ਕੋਰਸ ਵੀ ਤੁਸੀਂ ਕੀਤਾ ਹੋਵੇ ਜੀ ਨਾਇਲਟ ਦੁਆਰਾ ਜਿਹੜਾ ਹੁੰਦਾ। ਦੈਨ ਦੋਸਤੋ ਨਿੱਜੀ ਸਹਾਇਕ ਪਰਸਨਲ ਅਸਿਸਟੈਂਟ, ਇਹਦੇ ਲਈ ਤੁਸੀਂ ਗ੍ਰੈਜੂਏਟ ਹੋਣਾ ਚਾਹੀਦਾ, ਸਿੰਪਲ ਗ੍ਰੈਜੂਏਟ। ਤੇ ਪੈਸੇਜ ਤੁਸੀਂ ਕਰਨਾ ਹੋਏਗਾ ਪੰਜਾਬੀ ਦਾ, ਸ਼ੈਲ ਬੀ ਡਿਕਟੇਟਡ ਐਟ ਅ ਸਪੀਡ ਆਫ 100 words per minute in ਪੰਜਾਬੀ ਲੈਂਗੁਏਜ, required to be transcribed these on typewriter or computer at a speed of 20 words per minute। ਠੀਕ ਹੈ ਜੀ, ਤਾਂ ਜੋ ਵੀ ਉਹ ਡਿਕਟੇਟ ਵਗੈਰਾ ਕਰਨਾ ਹੋਏਗਾ ਪੰਜਾਬੀ ਦਾ ਜਿਹੜਾ ਪੈਸੇਜ ਹੋਏਗਾ। ਤੇ ਅੰਗਰੇਜ਼ੀ ਦਾ ਜਿਹੜਾ ਪੈਸੇਜ ਹੈ ਉਹ 60 words per minute in ਇੰਗਲਿਸ਼ 'ਚ ਡਿਕਟੇਟ ਕਰਨਾ ਤੇ ਟਰਾਂਸਕ੍ਰਾਈਬ ਕਰਨਾ ਉਹਨੂੰ 12 words per minute ਦੀ ਸਪੀਡ ਦੇ ਨਾਲ। 120 ਘੰਟੇ ਦਾ ਕੰਪਿਊਟਰ ਕੋਰਸ ਹੋਵੇ ਤੁਹਾਡੇ ਕੋਲ ISO ਜਾਂ ਫਿਰ O ਲੈਵਲ ਦਾ। ਦੈਨ ਜੂਨੀਅਰ ਆਡੀਟਰ ਦੇ ਲਈ ਤੁਹਾਡੇ ਕੋਲ ਡਿਗਰੀ ਹੋਣੀ ਚਾਹੀਦੀ ਹੈ, BCom ਹੋਵੇ 1st ਡਿਵੀਜ਼ਨ ਜਾਂ ਫਿਰ MCom ਹੋਵੇ 2nd ਡਿਵੀਜ਼ਨ ਦੇ ਵਿੱਚ। ਠੀਕ ਹੈ ਜੀ, ਫਲੈਟ ਦੀ ਜਿਹੜੀ ਕੁਆਲੀਫਿਕੇਸ਼ਨ ਰੱਖੀ ਗਈ ਆ। ਤੇ ਦੈਨ ਦੋਸਤੋ ਡਰਾਫਟਸਮੈਨ ਦੇ ਲਈ ਤੁਸੀਂ 10ਵੀਂ ਪਾਸ ਹੋਣੇ ਚਾਹੀਦੇ ਹੋ, ਪੰਜਾਬੀ 10ਵੀਂ ਦੇ ਵਿੱਚ ਜ਼ਰੂਰ ਪਾਸ ਕੀਤੀ ਹੋਵੇ, ਤੇ ਤੁਹਾਡੇ ਕੋਲ 2 ਸਾਲ ਦਾ ਸਰਟੀਫਿਕੇਟ ਹੋਣਾ ਚਾਹੀਦਾ ਡਰਾਫਟਸਮੈਨ ਸਿਵਲ ਦਾ, ITI ਤੋਂ ਤੁਸੀਂ ਇਹ ਕੀਤੀ ਹੋਵੇ, ਜਾਂ ਫਿਰ ਜੇਕਰ ਹਾਇਰ ਕੁਆਲੀਫਿਕੇਸ਼ਨ ਹੈ ਇਸੇ ਫੀਲਡ ਦੇ ਵਿੱਚ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ। ਦੈਨ ਦੋਸਤੋ ਇੰਸਟਰਕਟਰ ਦੇ ਲਈ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਵੇ from a recognized university or institution and should have studied Punjabi as an elective subject for 3 years of graduation। ਤਾਂ ਗ੍ਰੈਜੂਏਸ਼ਨ ਦੇ 3 ਸਾਲਾਂ ਦੇ ਦੌਰਾਨ ਤੁਸੀਂ ਪੰਜਾਬੀ ਐਜ਼ ਐਨ ਇਲੈਕਟਿਵ ਸਬਜੈਕਟ ਪੜ੍ਹਿਆ ਹੋਵੇ ਗ੍ਰੈਜੂਏਸ਼ਨ ਦੇ ਵਿੱਚ ਇੰਸਟਰਕਟਰ ਦੇ ਲਈ। ਤੇ ਤੁਸੀਂ ਕੁਆਲੀਫਾਈ ਕਰਨਾ ਹੋਏਗਾ ਟੈਸਟ ਆਫ ਪੰਜਾਬੀ ਸਟੈਨੋਗ੍ਰਾਫੀ ਐਟ ਦਾ ਸਪੀਡ ਆਫ 100 words per minute on computer, ਤੇ should have possessed at least on year experience as stenographer in a government office or recognized institution। ਤੇ ਤੁਹਾਡੇ ਕੋਲ ਮੇਰਾ ਖਿਆਲ ਇੱਥੇ 1 ਆਉਣਾ ਸੀਗਾ, ਔਨ ਲਿਖਤਾ ਇਹਨਾਂ ਨੇ, ਤਾਂ ਇੱਥੇ ਤੁਸੀਂ 1 ਪੜ੍ਹੋ। ਤਾਂ ਐਟਲੀਸਟ 1 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਸਟੈਨੋ ਦਾ ਕਿਸੇ ਗਵਰਨਮੈਂਟ ਆਫਿਸ ਦਾ ਜਾਂ ਫਿਰ ਰੈਕਗਨਾਈਜ਼ਡ ਇੰਸਟੀਟਿਊਸ਼ਨ ਦਾ। ਤੇ ਜਾਂ ਫਿਰ ਤੁਸੀਂ ਸ਼ੁੱਡ ਹੈਵ ਪਾਸਡ ਟੈਸਟ ਆਫ ਅਧਿਐਨ ਐਂਡ ਅਧਿਆਪਨ ਕੋਰਸ ਆਫ ਪੰਜਾਬੀ ਸਟੈਨੋਗ੍ਰਾਫੀ। ਜੇਕਰ ਐਕਸਪੀਰੀਅੰਸ ਨਹੀਂ ਹੈਗਾ ਤਾਂ ਅਧਿਐਨ ਐਂਡ ਅਧਿਆਪਨ ਦਾ ਕੋਰਸ ਕੀਤਾ ਤੁਸੀਂ ਪੰਜਾਬੀ ਸਟੈਨੋਗ੍ਰਾਫੀ ਦੇ ਵਿੱਚ ਫਰੋਮ ਦਾ ਲੈਂਗੁਏਜ ਡਿਪਾਰਟਮੈਂਟ ਪੰਜਾਬ, ਤਾਂ ਵੀ ਤੁਸੀਂ ਐਲੀਜੀਬਲ ਹੋ, ਅਪਲਾਈ ਕਰ ਸਕਦੇ। ਤਾਂ ਕਾਫੀ ਲੰਮੀ ਚੌੜੀ ਜਿਹੜੀ ਕੁਆਲੀਫਿਕੇਸ਼ਨ ਸੀਗੀ ਵੱਖਰੀਆਂ ਪੋਸਟਾਂ ਦੀ, ਆਈ ਹੋਪ ਤੁਹਾਡੇ ਪੱਲੇ ਪੈ ਗਈ ਹੋਣੀ ਹੈ। ਬਾਕੀ ਜੇ ਕਿਸੇ ਨੂੰ ਕੋਈ ਸ਼ੱਕ ਸ਼ੰਕਾ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਸਕਦਾ। ਤੇ ਇਸ ਤੋਂ ਇਲਾਵਾ ਦੋਸਤੋ ਵਿਦਿਅਕ ਯੋਗਤਾ, ਤਕਨੀਕੀ ਯੋਗਤਾ ਸਰਟੀਫਿਕੇਟ ਅਪਲਾਈ ਕਰਨ ਦੀ ਅੰਤਿਮ ਮਿਤੀ ਤੋਂ ਪਹਿਲਾਂ ਦਾ ਜਾਰੀ ਹੋਇਆ ਹੋਣਾ ਜ਼ਰੂਰੀ ਹੈ, ਇਹ ਚੀਜ਼ ਨੋਟ ਕਰ ਲਿਓ। ਕਈ ਕਹਿ ਦਿੰਦੇ ਆ ਵੀ ਪਿੱਛੋਂ ਅਸੀਂ ਪੇਸ਼ ਕਰ ਦਾਂਗੇ, ਬਟ ਅਪਲਾਈ ਲਾਸਟ ਡੇਟ ਦੇ ਅਕੋਰਡਿੰਗ ਕੱਟ ਆਫ ਡੇਟ ਹੁੰਦੀ ਹੈ ਜੀ। ਉਮਰ ਸੀਮਾ ਜਿਹੜੀ ਰੱਖੀ ਹੈ 1/1/2023 ਦੇ ਅਨੁਸਾਰ ਜਨਰਲ ਦੀ 18 ਤੋਂ 37 ਸਾਲ ਜੀ, ਤੇ ਅਨੁਸੂਚਿਤ ਜਾਤੀ SC/BC ਲਈ 42 ਸਾਲ। ਜੇਕਰ ਕੋਈ ਰਾਜ ਜਾਂ ਕੇਂਦਰ ਦਾ ਸਰਕਾਰੀ ਕਰਮਚਾਰੀ ਅਪਲਾਈ ਕਰਨਾ ਚਾਹੁੰਦਾ ਉਹਦੇ ਲਈ 45 ਸਾਲ ਤੱਕ ਦੀ ਏਜ ਲਿਮਿਟ ਹੈ। ਉਸ ਤੋਂ ਬਾਅਦ ਜੀ ਕੋਈ ਅੰਗਹੀਣ ਹੈ ਉਹਦੇ ਲਈ 47 ਸਾਲ ਤੱਕ ਦੀ ਏਜ ਲਿਮਿਟ ਹੈ।
ਤੇ ਸਰਟਨ ਕੈਟਾਗਰੀਜ਼ ਆਫ ਵੂਮਨਸ ਨੇ, ਵਿਡੋਜ਼ ਨੇ, ਡਾਈਵੋਰਸੀਜ਼ ਨੇ, ਉਹਨਾਂ ਦੇ ਲਈ ਜਿਹੜੀ ਏਜ ਲਿਮਿਟ ਆ ਉਹ 40 ਸਾਲ ਤੱਕ ਦੀ। ਤੇ ਰਾਜ ਅਤੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਉਮਰ ਦੀ ਉੱਪਰਲੀ ਸੀਮਾ ਵਿੱਚ ਛੋਟ ਲੈਣ ਲਈ ਆਪਣੇ ਵਿਭਾਗ ਤੋਂ NOC ਲੈ ਕੇ ਕਾਉਂਸਲਿੰਗ ਸਮੇਂ ਪੇਸ਼ ਕਰਨਾ ਪਵੇਗਾ। ਤਾਂ NOC ਲੈਣੀ ਹੈ ਜੀ ਜੇਕਰ ਕੋਈ ਸਰਕਾਰੀ ਕਰਮਚਾਰੀ ਅਪਲਾਈ ਕਰਨਾ ਚਾਹੁੰਦਾ। ਫੀਸ ਸੰਬੰਧੀ ਵੇਰਵਾ ਨੋਟ ਕਰ ਲਓ। ਜਨਰਲ ਕੈਟਾਗਰੀ ਫਰੀडम फाइटर ਖਿਡਾਰੀਆਂ ਲਈ, ਸਪੋਰਟਸ ਲਈ 1000 ਰੁਪਇਆ ਫੀਸ ਹੈ ਜੀ। SCBC EWS ਲਈ 250 ਰੁਪਇਆ, ਐਕਸ ਸਰਵਿਸਮੈਨ ਸੈਲਫ ਡਿਪੈਂਡੈਂਟ ਲਈ 200 ਹੈ, ਹੈਂਡੀਕੈਪਡ ਦੇ ਲਈ 500 ਰੁਪਇਆ ਫੀਸ ਹੈ ਜੀ। ਤੇ ਚੋਣ ਵਿਧੀ ਦੀ ਗੱਲ ਕਰੀਏ, ਪ੍ਰਕਾਸ਼ਿਤ ਅਸਾਮੀਆਂ ਲਈ ਜਿਹੜਾ ਆਬਜੈਕਟਿਵ ਟਾਈਪ ਲਿਖਤੀ ਪ੍ਰੀਖਿਆ ਟੈਸਟ ਜਿਹੜਾ ਲਿਆ ਜਾਣਾ, ਅਤੇ ਉਕਤ ਦਰਸਾਏ ਅਨੁਸਾਰ ਕੁਝ ਅਸਾਮੀਆਂ ਦਾ ਅੰਗਰੇਜ਼ੀ ਅਤੇ ਪੰਜਾਬੀ ਦਾ ਟਾਈਪਿੰਗ ਟੈਸਟ ਵੀ ਲਿਆ ਜਾਵੇਗਾ। ਤਾਂ ਜਿਨ੍ਹਾਂ ਦਾ ਲਿਆ ਜਾਣਾ ਟਾਈਪਿੰਗ ਟੈਸਟ ਉਹ ਮੈਂ ਤੁਹਾਨੂੰ ਨਾਲ ਦੀ ਨਾਲ ਦੱਸ ਹੀ ਦਿੱਤਾ, ਠੀਕ ਹੈ। ਜਦੋਂ ਤੁਹਾਨੂੰ ਕੁਆਲੀਫਿਕੇਸ਼ਨ ਵਗੈਰਾ ਦੱਸੀ ਹੈ ਉੱਥੇ ਮੈਂਸ਼ਨ ਕੀਤਾ ਹੋਇਆ ਸੀਗਾ। ਤੇ ਇਹਦੇ ਸੰਬੰਧੀ ਕੁਝ ਹੋਰ ਇੰਸਟਰਕਸ਼ਨਸ ਇੱਥੇ ਦਿੱਤੀਆਂ ਗਈਆਂ, ਤੁਸੀਂ ਪੜ੍ਹ ਲੈਣੀਆਂ। ਮੇਨ ਇੰਸਟਰਕਸ਼ਨਸ ਮੈਂ ਤੁਹਾਨੂੰ ਦੱਸ ਦਿੱਤੀਆਂ ਸਾਰੀਆਂ। ਤੇ ਇਹਦਾ ਜੋ ਵੀ ਸਿਲੇਬਸ ਵਗੈਰਾ ਬਾਅਦ ਦੇ ਵਿੱਚ ਬੋਰਡ ਦੀ ਵੈਬਸਾਈਟ ਤੇ ਆਏਗਾ, ਜਦੋਂ ਵੀ ਵੈਬਸਾਈਟ ਤੇ ਆਉਂਦਾ ਤੁਹਾਡੇ ਤੱਕ ਜ਼ਰੂਰ ਸ਼ੇਅਰ ਕਰਾਂਗੇ। ਤੇ ਇਸ ਭਰਤੀ ਸੰਬੰਧੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਜਾਂ ਤੁਸੀਂ ਕੰਮਕਾਜ ਵਾਲੇ ਦਿਨ ਉੱਥੇ ਵਿਜ਼ਿਟ ਕਰ ਸਕਦੇ ਹੋ, ਜਿਹਨਾਂ ਦੇ ਦਫ਼ਤਰੀ ਫੋਨ ਨੰਬਰ 0172 229 8000, ਐਕਸਟੈਂਸ਼ਨ ਹੈ ਜੀ 5106 5107, ਹੈਲਪਲਾਈਨ ਨੰਬਰ ਵੀ ਇੱਥੇ ਦਿੱਤਾ ਗਿਆ, 2 ਨੰਬਰ ਦਿੱਤੇ ਗਏ, ਈਮੇਲ ID ਵੀ ਦਿੱਤੀ ਗਈ ਹੈ, ਠੀਕ ਹੈ ਜੀ। ਕੁਝ ਨਹੀਂ ਪਤਾ ਲੱਗ ਰਿਹਾ ਇਹਨਾਂ ਨੂੰ ਮੇਲ ਕਰਕੇ ਪੁੱਛ ਸਕਦੇ ਹੋ, ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਸਕਦੇ ਹੋ। ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੀ ਤਾਂ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।